नाल, इहनूं खदेड़न दे नज़रिए नाल, इहनूं कमज़ोर करन दे नज़रिए नाल जिहड़े लोग इहदे हमायती ने उन्हां नूं युआपा दे नोटिस भेजे जा रहे हैं। ये सरासर अनडेमोक्रेटिक है और मिसयूज ऑफ एजेंसीज लाइक CBI, लाइक ED. Unfortunately, all the vital organizations of this country have been now captured, have been hijacked by the BJP, and NIA is no different. अफसोस इस गल का कि ਜਿਹੜੀਆਂ ਸਾਡੀਆਂ ਪ੍ਰਮੁੱਖ ਪਾਰਟੀਆਂ ਨੇ ਉਹ ਇਸ NIA ਦੇ ਵਿੱਚ ਉਹਨਾਂ ਦੇ ਹੱਥ ਠੋਕਾ ਬਣ ਕੇ ਕੰਮ ਕਰਦੀਆਂ ਰਹੀਆਂ ਨੇ। ਮੈਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣ ਰਿਹਾ ਸੀ, NIA ਤੇ UAP ਦਾ ਕਾਲਾ ਕਾਨੂੰਨ। ਪਹਿਲੀ ਗੱਲ ਤਾਂ ਜਦੋਂ ਅਮੈਂਡਮੈਂਟ ਕੀਤੀ ਗਈ ਆ UAP ਦੇ ਕਾਨੂੰਨ ਦੇ ਵਿੱਚ BJP ਦੀ ਪਿਛਲੀ ਟੈਨਿਓਰ ਵੇਲੇ, ਉਦੋਂ ਅਕਾਲੀ ਦਲ ਨੇ ਤਾਂ ਵੋਟਾਂ ਪਾ ਕੇ ਇਸ ਟਾਡਾ ਵਰਗੇ ਪੋਟਾ ਵਰਗੇ ਕਾਨੂੰਨ ਨੂੰ ਇਹਨੂੰ ਹੋਰ ਡਰੈਕੋਨੀਅਨ ਬਣਾਇਆ। ਕੋਈ ਜ਼ਮਾਨਤ ਨਹੀਂ, ਚਾਰਜ ਸ਼ੀਟ ਫਾਈਲ ਕਰਨ ਦਾ ਕੋਈ ਟਾਈਮ ਨਹੀਂ। ਉਦੋਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਇਸੇ ਕਾਨੂੰਨ ਦਾ ਉਹਨਾਂ ਨੇ ਸਪੋਰਟ ਕੀਤੀ, ਇਹਨਾਂ ਦੀ ਵਜ੍ਹਾ ਨਾਲ ਬਣਿਆ ਵਾ। ਔਰ ਅੱਜ ਸੁਖਬੀਰ ਸਿੰਘ ਬਾਦਲ ਇਹ ਕਹਿ ਰਿਹਾ ਵਾ ਕਿ ਅਮਰਿੰਦਰ ਸਿੰਘ ਬਹੁਤ ਇਹਦਾ ਦੁਰਉਪਯੋਗ ਕਰ ਰਿਹਾ। ਠੀਕ ਹੈ, ਅਮਰਿੰਦਰ ਸਿੰਘ ਦੀ ਸਰਕਾਰ ਨੇ ਗਲਤ ਕੰਮ ਕੀਤੇ ਨੇ। 47 ਦੇ ਕਰੀਬ ਮੁਕੱਦਮੇ ਕਾਂਗਰਸ ਦੀ ਮੌਜੂਦਾ ਸਰਕਾਰ ਨੇ ਵੀ ਦਰਜ ਕੀਤੇ ਨੇ ਪੰਜਾਬ, ਜਿਹੜੇ ਕਿ ਸਰਾਸਰ ਗਲਤ। ਪਰ ਇਹਦੀ ਸ਼ੁਰੂਆਤ ਸੁਖਬੀਰ ਸਿੰਘ ਬਾਦਲ ਨੇ ਕੀਤੀ ਪੰਜਾਬ 'ਚ। ਤੁਹਾਨੂੰ ਯਾਦ ਹੋਵੇਗਾ ਇੱਕ ਕੇਸ ਨਵਾਂਸ਼ਹਿਰ ਪੁਲਿਸ ਨੇ 3 ਨੌਜਵਾਨ ਫੜੇ ਸੀਗੇ, ਅਰਵਿੰਦਰ ਸਿੰਘ ਤੇ ਦੂਸਰੇ 2 ਨੌਜਵਾਨਾਂ ਦਾ ਮੇਰੇ ਨਾਮ ਸਲਿਪ ਕਰ ਰਿਹਾ ਵਾ। ਉਹਨਾਂ ਦੇ ਕੋਲ ਉਹਨਾਂ ਕੀ ਇਲਜ਼ਾਮ ਸੀ? ਦੇਖੋ, ਯੁਆਪਾ ਲਾਈ, ਸੁਣਨ ਵਾਲੀ ਗੱਲ ਹੈ। ਉਹਨਾਂ ਦੇ ਯੁਆਪਾ ਲਾਈ ਤੇ ਉਹਨਾਂ ਦੇ ਇਲਜ਼ਾਮ ਕੀ ਸੀਗਾ ਕਿ ਉਹਨਾਂ ਕੋਲੋਂ ਲਿਟਰੇਚਰ ਕਿ ਉਹਨਾਂ ਦੇ ਕੋਲੋਂ ਐਂਟੀ ਨੈਸ਼ਨਲ ਲਿਟਰੇਚਰ ਪਾਈ ਗਈ। ਪਰ ਪੁਲਿਸ ਨੇ ਆਪਣੀ ਚਾਰਜ ਸ਼ੀਟ ਵਿੱਚ ਜਿਹੜਾ ਫੈਕਟਸ ਫਾਈਲ ਕੀਤੇ ਨੇ, ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਲਿਟਰੇਚਰ ਦੇ ਇਲਜ਼ਾਮ ਕਿਹਦੇ ਸੀਗੇ? ਕਿਹੜੀ ਲਿਟਰੇਚਰ ਫੜੀ ਆ ਯੁਆਪਾ ਦੇ ਤਹਿਤ? ਨਵਾਂਸ਼ਹਿਰ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਦੇ ਵੇਲੇ ਜਦੋਂ ਇਹ ਹੋਮ ਮਿਨਿਸਟਰ ਸੀਗਾ, ਲਿਟਰੇਚਰ ਫੜੀ ਗਈ ਜੀ। ਭਾਈ ਰਣਧੀਰ ਸਿੰਘ ਜੀ, ਜਿਹੜੇ ਇਸ ਦੇਸ਼ ਦੇ ਫਰੀडम ਫਾਈਟਰ ਸੀਗੇ, ਉਹਨਾਂ ਨੇ 1926 'ਚੋਂ ਨਾ ਜੇਲ੍ਹ 'ਚੋਂ ਕੁਝ ਚਿੱਠੀਆਂ ਲਿਖੀਆਂ ਸੀਗੀਆਂ। ਇਸ ਅਰਵਿੰਦਰ ਸਿੰਘ 29 ਸਾਲ ਦਾ ਨੌਜਵਾਨ ਸੀ, ਇਹਦੇ ਕੋਲੋਂ ਭਾਈ ਰਣਧੀਰ ਸਿੰਘ, ਇੱਕ ਇੰਡੀਆ ਦਾ ਫਰੀडम ਫਾਈਟਰ ਔਰ ਬੜਾ ਮਹਾਨ ਵਿਅਕਤੀ ਸਾਡਾ ਪੰਜਾਬ ਦਾ, ਉਹਦੀ ਲਿਟਰੇਚਰ ਫੜ ਕੇ ਉਹਦੇ ਤੇ ਮੁਕੱਦਮਾ ਯੁਆਪਾ ਦਾ ਦਰਜ ਕਰ ਦਿੱਤਾ। ਇਸੇ ਤਰ੍ਹਾਂ ਹੀ ਇੱਕ ਪੋਇਮ ਲਿਖੀ ਗਈ ਸੀਗੀ ਭਾਈ ਫੌਜਾ ਸਿੰਘ ਵੱਲੋਂ, ਜਿਹੜਾ 13 ਸਿੱਖ ਮਾਰੇ ਗਏ ਸੀ ਨਾ ਨਿਰੰਕਾਰੀ ਸਿੱਖ ਕਲੈਸ਼ ਵਿੱਚ 13 ਅਪ੍ਰੈਲ 1978 ਨੂੰ, ਤੇ ਉਹਦੀ ਇੱਕ ਪੋਇਮ ਸੀ ਜੀ ਫੌਜਾ ਸਿੰਘ ਦੀ, ਤੇ ਕੁਝ ਤਸਵੀਰਾਂ ਸੀਗੀਆਂ, ਤੇ ਉਹਨਾਂ ਤੇ ਚੱਕ ਕੇ ਕਿਹਨੇ ਯੁਆਪਾ ਲਾਈ ਸ਼ੁਰੂਆਤ ਪੰਜਾਬ ਵਿੱਚ, ਉਹਨੂੰ ਫੁੱਟ ਹੋਲਡ ਕਿਹਨੇ ਦਿੱਤਾ? NIA ਨੂੰ, ਸੁਖਬੀਰ ਸਿੰਘ ਬਾਦਲ ਨੇ। 47 ਮੁਕੱਦਮੇ ਅਕਾਲੀ ਦਲ ਦੀ ਰਜੀਮ ਦੇ ਵਿੱਚ ਪੰਜਾਬ ਵਿੱਚ ਦਰਜ ਹੁੰਦੇ ਨੇ। ਔਰ ਉਸੇ ਹੀ ਕੜੀ ਨੂੰ ਅੱਗੇ ਵਧਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 50 ਦੇ ਕਰੀਬ ਯੁਆਪਾ ਦੇ ਮੁਕੱਦਮੇ ਪਹਿਲਾਂ ਪੁਲਿਸ ਦਰਜ ਕਰਦੀ ਇੱਥੇ, ਤੇ ਮੁੜ ਕੇ NIA ਨੂੰ ਸੱਦਦੇ ਨੇ ਦਿੱਲੀੋਂ, NIA ਕਿ ਆਓ ਸਾਡੇ ਕੋਲੋਂ ਮੁਕੱਦਮੇ ਚੱਕ ਲਓ, ਬੰਦੇ ਅਰੈਸਟ ਕਰ ਲਓ। ਔਰ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ 6-8 ਮਹੀਨੇ ਪਹਿਲਾਂ ਮੇਰੀ ਕੌਂਸਟੀਟੂਐਂਸੀ ਦਾ ਇੱਕ ਜੋਗਿੰਦਰ ਸਿੰਘ ਗੁੱਜਰ, ਉਹ ਇਟਲੀ ਤੋਂ ਆਇਆ ਸੀ, NRI ਆ। ਉਹ ਜਦੋਂ ਪਿੰਡ ਆਇਆ ਤੇ ਉਹਦੇ ਤੇ ਉਹਨੂੰ ਕਪੂਰਥਲਾ ਪੁਲਿਸ ਨੇ ਅਰੈਸਟ ਕਰ ਲਿਆ। ਮੈਨੂੰ ਜਦੋਂ ਪਤਾ ਲੱਗਿਆ, ਪਿੰਡ ਦੇ ਸਾਰੇ ਪਤਵੰਤੇ ਸੱਜਣ ਆਏ, ਪੰਚਾਇਤ ਆਈ, ਮੈਂ ਪਿੰਡ ਵਿੱਚ ਗਿਆ, ਪਿੰਡ ਦੀ ਸੱਥ ਵਿੱਚ ਬੈਠ ਕੇ ਸਾਰੀ ਜਾਣਕਾਰੀ ਲਿੱਤੀ। ਉਹ ਕਹਿੰਦੇ ਜੀ ਇਹ 65 ਸਾਲ ਦਾ ਬਜ਼ੁਰਗ ਆ, ਇਹ ਹਾਰਟ ਪੇਸ਼ੈਂਟ ਹੈ, ਇਹਨੇ ਕਦੀ ਜ਼ਿੰਦਗੀ 'ਚ ਕੀੜੀ ਵੀ ਨਹੀਂ ਮਾਰੀ। ਔਰ ਇਸ ਬੰਦੇ ਦੇ ਇਲਜ਼ਾਮ ਕੀ ਲਾਇਆ? ਇਲਜ਼ਾਮ ਹਾਸੋਹੀਣਾ ਕਿ ਇਹਨੇ SFJ ਦੀ ਇੱਕ ਕਨਵੈਨਸ਼ਨ ਅਟੈਂਡ ਕੀਤੀ ਜਨੀਵਾ ਵਿੱਚ, ਸਵਿਟਜ਼ਰਲੈਂਡ 'ਚ 2018 ਕਿ 19 ਦੇ ਵਿੱਚ, ਜਿੱਥੇ 2500 ਬੰਦਾ ਹੋਰ ਸੀਗਾ। ਉਹ 2500 ਬੰਦੇ ਵਿੱਚ ਇਹਦੀ ਇੱਕ ਫੋਟੋ ਸੀਗੀ, ਯੁਆਪਾ ਲਾ ਦਿੱਤਾ ਜੀ। ਔਰ ਦੂਜਾ ਇਲਜ਼ਾਮ ਸੀਗਾ ਕਿ ਇਟਲੀ ਦੇ ਗੁਰਦੁਆਰਾ ਸਾਹਿਬ 'ਚ ਕਿਸੇ SFJ ਦੇ ਆਫਿਸ ਬੇਅਰਰ ਨੂੰ ਇੱਕ ਸਰੋਪਾ ਦਿੱਤਾ ਜੀ। ਸਰੋਪਾ ਦੇਣਾ ਕੋਈ ਅੱਤਵਾਦ ਆ। ਤੀਸਰਾ ਇਲਜ਼ਾਮ ਸੀਗਾ ਕਿ ਜੋਗਿੰਦਰ ਸਿੰਘ ਗੁੱਜਰ ਨੇ ਆਪਣੇ ਅਕਾਊਂਟ 'ਚੋਂ ਇੰਡੀਆ ਦੇ ਇੱਕ ਅਕਾਊਂਟ ਹੋਲਡਰ ਨੂੰ ਕਿੰਨੇ ਪੈਸੇ ਭੇਜੇ ਜੀ ਅੱਤਵਾਦ ਫੈਲਾਉਣ ਵਾਸਤੇ? 200 ਯੂਰੋਜ਼। ਹਾਊ ਮਚ ਇਜ਼ ਦੈਟ? 14-15 ਹਜ਼ਾਰ ਰੁਪਈਆ। 15 ਹਜ਼ਾਰ ਨਾਲ ਸਾਡਾ ਦੇਸ਼ ਐਡਾ ਕਮਜ਼ੋਰ ਹੈ ਕਿ 15 ਹਜ਼ਾਰ ਦੇ ਨਾਲ ਉੱਡ ਜਾਏਗਾ। ਆ ਜਿਹੜੀਆਂ ਐਂਟਰੀਆਂ ਹੁਣ ਵੀ ਕੋਟ ਕਰ ਰਹੇ ਨੇ, ਇਹ ਸਾਰੀਆਂ ਕੋਈ 50 ਹਜ਼ਾਰ ਦੀਆਂ, ਕੋਈ ਲੱਖ ਰੁਪਏ ਦੀਆਂ। ਐਡਾ ਕਮਜ਼ੋਰ ਹੈ ਭਾਰਤ ਕਿ 50 ਹਜ਼ਾਰ ਰੁਪਏ ਦੇ ਨਾਲ ਟੁੱਟ ਜਾਵੇਗਾ। ਔਰ ਫਿਰ ਗੁੱਜਰ ਦੀ ਮਦਦ ਕੀਤੀ। ਫਿਰ ਉਸ ਤੋਂ ਬਾਅਦ ਇੱਕ ਪਟਿਆਲੇ ਸਮਾਣਾ ਪੁਲਿਸ ਸਟੇਸ਼ਨ ਵਿੱਚ FIR ਦਰਜ ਹੋਈ ਸੀਗੀ, ਪ੍ਰੋਬੇਬਲੀ FIR ਨੰਬਰ 144, ਅਗੇਨ ਅੰਡਰ ਯੁਆਪਾ। ਤੁਸੀਂ ਹੈਰਾਨ ਹੋਵੋਗੇ, ਜਿਹੜੇ 5 ਨੌਜਵਾਨਾਂ ਨੂੰ ਜਿਨ੍ਹਾਂ ਦਾ ਚਲਾਨ ਕੀਤਾ, ਜਿਨ੍ਹਾਂ ਨੂੰ ਅਰੈਸਟ ਕੀਤਾ, ਅਤ ਗਰੀਬ
ਐਡੇ ਗਰੀਬ ਕਿ ਉਹ ਆਪਣੀ ਆਵਾਜ਼ ਵੀ ਨਹੀਂ ਕੱਢ ਸਕਦੇ। ਦੇ ਆਰ ਵੌਇਸਲੈਸ ਪੀਪਲ, ਬੋਲ ਵੀ ਨਹੀਂ ਸਕਦੇ ਸੀਗੇ, ਆਪਣੀ ਡਿਫੈਂਸ ਵਕੀਲ ਨਹੀਂ ਖੜਾ ਕਰ ਸਕਦੇ, ਆਪ ਬੋਲ ਨਹੀਂ ਸਕਦੇ, ਕੋਈ ਉਹਨਾਂ ਦੇ ਕੋਲ ਡਿਫੈਂਸ ਨਹੀਂ ਸੀਗੀ। ਚੁਣ ਚੁਣ ਕੇ ਪੰਜਾਬ ਪੁਲਿਸ ਨੇ ਚਾਰੇ ਹੀ ਪੰਜਾਂ ਚੋਂ 4 ਦਲਿਤ ਨੌਜਵਾਨ, ਮੈਂ ਸਾਰਿਆਂ ਦੇ ਪਿੰਡਾਂ 'ਚ ਜਾ ਕੇ ਆਇਆ। ਇੱਕ ਮੈਨੂੰ ਯਾਦ ਆ ਸੇਰਾ ਪਿੰਡ ਪਟਿਆਲੇ 'ਚ, ਉੱਥੇ ਸੁਖਚੈਨ ਸਿੰਘ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀਗਾ। ਪਿੰਡ ਦਾ ਸਰਪੰਚ ਹਾਕਮ ਸਿੰਘ, ਜਿਹੜਾ ਕਾਂਗਰਸ ਦਾ ਸਰਪੰਚ ਆ, ਸਾਰੀ ਪੰਚਾਇਤ ਨੇ ਗਵਾਹੀ ਦਿੱਤੀ ਕਿ ਸਾਡੀ ਹਾਜ਼ਰੀ ਵਿੱਚ ਪੰਜਾਬ ਪੁਲਿਸ ਪਲੇਨ ਕੱਪੜਿਆਂ ਵਿੱਚ 2-3 ਬੰਦੇ ਆਏ, ਕਹਿੰਦੇ ਜੀ ਸੁਖਚੈਨ ਨੂੰ ਪੁੱਛਗਿੱਛ ਲਈ ਲੈ ਕੇ ਜਾਣਾ ਪਟਿਆਲੇ, ਲੈ ਗਏ। 3 ਦਿਨ ਬਾਅਦ ਪੰਚਾਇਤ ਨੇ ਪੜ੍ਹਿਆ ਕਿ ਉਹਨੂੰ ਸਮਾਣੇ ਦੇ ਇੱਕ ਗਾਜੇਵਾਸ ਪਿੰਡ ਆ, ਉੱਥੇ ਨਾਕੇ ਤੇ 4 ਮੁੰਡਿਆਂ ਨੂੰ ਪਿਸਤੌਲਾਂ ਨਾਲ ਗ੍ਰਿਫਤਾਰ ਕੀਤਾ। ਇਜ਼ ਦੈਟ ਨਾਟ ਡਾਇਰੈਕਟਲੀ ਪਲਾਂਟਿੰਗ ਵੈਪਨਸ ਔਨ ਦੀਸ ਪੂਅਰ ਪੀਪਲ? ਔਰ ਅਸੀਂ ਉਹਦੀ ਲੜਾਈ ਲੜੀ ਔਰ ਪਿੰਡ ਦੀ ਪੰਚਾਇਤ ਨੇ ਡਟ ਕੇ ਗਵਾਹੀ ਦਿੱਤੀ। ਅੱਜ ਉਹ ਨੌਜਵਾਨ ਬਾਹਰ ਹੈ। ਉਸੇ FIR ਵਿੱਚ ਅੰਮ੍ਰਿਤਪਾਲ ਸਿੰਘ ਪਿੰਡ ਅਚਾਨਕ ਪਿੰਡ ਦਾ ਇੱਕ ਨੌਜਵਾਨ, ਉਹ ਦਿਹਾੜੀਦਾਰ ਤੇ ਛੋਟੇ ਜਿਹੇ ਇੰਨਾ 50 ਕਿਲੋ ਭਾਰ ਹੋਣਾ ਉਹਦਾ, ਤੇ ਪਿੰਡ ਵਾਲਿਆਂ ਨੇ ਮੈਂ ਜਦੋਂ ਪਿੰਡ ਗਿਆ ਉਹ ਕਹਿੰਦੇ ਜੀ ਇਹਦਾ ਨਾਂ ਖਾਲਿਸਤਾਨ ਨਾਲ ਜੋੜਦਾ, ਇਹ ਤਾਂ ਬੀੜੀਆਂ ਪੀਂਦਾ ਵਾ, ਇਹਦਾ ਤੰਬਾਕੂ ਪੀਂਦਾ ਵਾ, ਇਹ ਖਾਲਿਸਤਾਨ ਹੋ ਸਕਦਾ? ਆਫਟਰ ਆਲ ਜਦੋਂ ਕੋਈ ਖਾਲਿਸਤਾਨ ਦੀ ਆਈਡੀਓਲੋਜੀ ਪ੍ਰੋਪਗੇਟ ਕਰਦਾ, ਉਹਦਾ ਕੋਈ ਆਪਣੀ ਸ਼ਕਲ ਸੂਰਤ, ਕੋਈ ਉਹਦੀ ਸੋਚ ਵਿਚਾਰਧਾਰਾ ਜੁੜਨੀ ਚਾਹੀਦੀ ਹੈ ਨਾ। ਉਹਨੂੰ ਵੀ ਰਿਲੀਜ਼ ਕਰਾਇਆ। ਇੱਕ ਮੁੰਡਾ ਪਹਿਲਾਂ ਮਜੀਠੇ ਦਾ ਬੁੱਕ ਕੀਤਾ ਸੀਗਾ, ਉਹਨੂੰ ਟਾਈਮ ਸਿਰ ਹੀ ਪੁਲਿਸ ਨੇ ਛੱਡ ਦਿੱਤਾ। ਇੱਕ ਨੌਜਵਾਨ ਲਵਪ੍ਰੀਤ ਸਿੰਘ, ਉਹ ਸਮਾਣੇ ਦਾ ਸਮਾਣੇ ਦੇ ਨਹੀਂ, ਕੈਥਲ ਦੇ ਵਿੱਚ ਪਿੰਡ ਸੀਗਾ ਉਹਦਾ, ਸ਼ਾਇਦ ਆਈ ਐਮ ਫੋਰਗੇਟਿੰਗ ਦ ਨੇਮ ਆਫ ਦ ਵਿਲੇਜ। ਉਹ ਇੱਕ ਜਿਹੜੇ CCTV ਕੈਮਰਾਜ਼ ਦੀ ਦੁਕਾਨ ਤੇ 8-9 ਹਜ਼ਾਰ ਰੁਪਏ ਦੀ ਨੌਕਰੀ ਕਰਦਾ ਸੀ, ਤੇ ਜਦੋਂ ਲੋਕਡਾਊਨ ਵਿੱਚ ਸ਼ਾਹੀਨ ਬਾਗ ਦਾ ਮੋਰਚਾ ਚੱਲਿਆ, ਉਹ ਲੰਗਰ ਦੀ ਸੇਵਾ ਵਿੱਚ ਚਲੇ ਗਿਆ। ਪਹਿਲਾਂ ਯੂਆਪਾ ਦਿੱਲੀ ਪੁਲਿਸ ਨੇ ਉੱਥੇ ਲਾਈ, ਤੇ ਇਹ ਇੱਕ ਦੋ ਯੂਆਪਾ ਦਾ ਮਸਲਾ ਮੁਕੱਦਮਾ ਉਹਦੇ ਤੇ ਇੱਥੇ ਦਰਜ ਕੀਤਾ। ਨਾਓ ਦਿਸ ਇਜ਼ ਵਾਟ ਇਜ਼ ਹੈਪਨਿੰਗ ਇਨ ਪੰਜਾਬ। ਔਰ ਅਨਫੋਰਚੂਨੇਟਲੀ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਇਹਨੂੰ ਫੁੱਟ ਹੋਲਡ NIA ਨੂੰ, ਉਸ ਏਜੰਸੀ ਦੇ ਪੈਰ ਇਹਨਾਂ ਦੋਨਾਂ ਸਰਕਾਰਾਂ ਨੇ ਲਗਵਾਏ ਨੇ ਮੇਰੇ ਵੀਰੋ। ਸੁਖਬੀਰ ਸਿੰਘ ਬਾਦਲ ਨੂੰ ਮੈਂ ਪੁੱਛਣਾ ਚਾਹੁੰਦਾ, ਤੈਨੂੰ ਪਤਾ ਹੈ ਉਹ 3 ਜਿਹੜੇ ਨੌਜਵਾਨ ਨਾ ਲਿਟਰੇਚਰ ਪੜ੍ਹੀ ਕੇ ਉਹਨੂੰ ਉਮਰ ਕੈਦ ਕੀਤੀ ਆ, ਲਾਈਫ ਸੈਂਟੈਂਸ, ਜਸਟ ਫॉर ਹੈਵਿੰਗ ਲਿਟਰੇਚਰ, ਜਸਟ ਫॉर ਹੈਵਿੰਗ ਫੋਟੋਜ਼। ਪਤਾ ਨਹੀਂ ਕਿੱਡਾ ਕਮਲਾ ਜੱਜ ਹੋਣਾ ਉਹ, ਮੈਂਟਲ। ਔਰ ਉਹਨਾਂ ਦੀ ਵਿਚਾਰਿਆਂ ਦੀ ਕੋਈ ਸੁਣਵਾਈ ਨਹੀਂ ਹੋਈ। ਸੁਖਬੀਰ ਸਿੰਘ ਦੇਖੋ 3 ਬੇਗੁਨਾਹ ਅੰਦਰ ਜੇਲ੍ਹ ਉਮਰ ਕੈਦ ਲਈ ਜਾਣਗੇ। ਸੁਖਬੀਰ ਦੀ ਆਤਮਾ ਕਦੀ ਵੀ ਚੈਨ ਨਾਲ ਨਹੀਂ ਸੌਂ ਸਕਦੀ, ਤੇ ਹੁਣ ਉਹ ਬੋਲਦਾ ਕਿ ਯੂਆਪਾ ਦਾ ਦੁਰਉਪਯੋਗ ਕਰ। ਤੁਸੀਂ ਕਰਾਇਆ ਸ਼ੁਰੂ ਸਾਰਾ ਕੁਝ, ਤੁਸੀਂ ਯੂਆਪਾ ਦੀ ਅਮੈਂਡਮੈਂਟ ਕਰਾਈ, ਤੁਸੀਂ BJP ਦੀ ਸਪੋਰਟ ਕੀਤੀ, ਤੁਸੀਂ ਹੁਣ ਯੂਆਪਾ ਦੇ ਖਿਲਾਫ ਕਿਹੜੇ ਮੂੰਹ ਦੇ ਨਾਲ ਬੋਲਦੇ ਹੋ? ਇਸ ਲਈ ਅਫਸੋਸ ਮੈਨੂੰ ਇਸ ਗੱਲ ਦਾ ਵੀ ਆ ਜਿਹੜੀ ਆਮ ਆਦਮੀ ਪਾਰਟੀ ਆ, ਅਸੀਂ ਕਹਿੰਦੇ ਬੜੇ ਇਨਕਲਾਬੀ ਆ ਜੀ, ਅੱਜ ਤੱਕ ਇਹ ਲਫ਼ਜ਼ ਨਹੀਂ ਬੋਲਿਆ। ਕੱਲ ਮੈਂ ਇਹਨਾਂ ਨੂੰ ਸ਼ਰਮਿੰਦੇ ਕੀਤਾ, ਅੱਜ ਭਾਵਾਂ ਬੋਲਣਗੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਕਹਿੰਦੇ ਇਨਕਲਾਬੀ ਆ, ਤੇ ਯੂਆਪਾ 'ਚ ਗਰੀਬ ਦਲਿਤ ਬੱਚਿਆਂ ਦਾ ਔਰ ਹੁਣ 40 ਆਦਮੀਆਂ ਨੂੰ ਕਾਰਨਰ ਕੀਤਾ ਗਿਆ। ਇਹਨਾਂ 'ਚ ਜੁਰਤ ਨਹੀਂ, ਡਰਦੇ ਨੇ ਕਿ ਕਿਤੇ ਸਾਡੇ ਤੇ ਯੂਆਪਾ ਨਾ ਲੱਗ ਜੇ, ਡਰਦੇ ਨੇ ਕਿਤੇ ਸਾਡੇ ਨਾਲ ਹਿੰਦੂ ਵੋਟ ਸ਼ਹਿਰ ਦੀ ਨਾਰਾਜ਼ ਨਾ ਹੋ ਜਾਏ। ਔਰ ਮੈਂ ਹਿੰਦੂ ਭਰਾਵਾਂ ਨੂੰ ਕਹਿਣਾ ਚਾਹੁੰਦਾ, ਡਾਕਟਰ ਗਾਂਧੀ ਦੀ ਗੱਲ ਸੁਣਿਓ ਚੰਗੀ ਤਰ੍ਹਾਂ ਨਾਲ, ਧਰਮਵੀਰ ਗਾਂਧੀ, ਉਹ ਸਾਰੇ ਯੂਆਪਾ ਦੇ ਕੇਸ ਮੇਰੇ ਨਾਲ ਅਸੀਂ ਇਕੱਠੇ ਪਿੰਡਾਂ ਦੇ ਵਿੱਚ ਗਏ ਹਾਂ। ਇਹ ਹਿੰਦੂ ਵੀਰੋ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਇਹ ਸਰਕਾਰਾਂ, ਅਕਾਲੀ ਦਲ ਤੇ ਹੁਣ ਵਾਲੀ ਸਰਕਾਰ, ਇਹ ਦਹਿਸ਼ਤ ਪੈਦਾ ਕਰ ਰਹੇ ਨੇ ਜਾਣ ਕੇ। ਇੱਥੋਂ ਖਾਲਿਸਤਾਨ ਮੋਡਿਊਲ ਫੜ ਲਿਆ, ਇੱਥੋਂ ਖਾਲਿਸਤਾਨ ਮੋਡਿਊਲ ਫੜ ਲਿਆ, ਇੱਥੋਂ ਹਥਿਆਰ ਫੜ ਲਏ, ਇੱਥੋਂ ਡਰੋਨ ਤੇ ਆ ਗਏ, just creating fear in the minds of urban people so that stick on with us, vote with us, otherwise ਇਹ ਲੋਕ ਖਾਲਿਸਤਾਨ ਬਣਾ ਦੇਣਗੇ। ਇਹ ਦਹਿਸ਼ਤ ਪੈਦਾ ਕੀਤੀ। ਤੇ ਜਦੋਂ RSS ਦੇ, ਭਾਜਪਾ ਦੇ ਵੱਡੇ ਬੰਦੇ ਹਿੰਦੂ ਰਾਸ਼ਟਰ ਦੀ ਗੱਲ ਕਰਦੀ, ਉਹਨਾਂ ਤੇ ਤਾਂ ਕੋਈ ਐਂਟੀ ਨੈਸ਼ਨਲ ਦਾ ਕੋਈ ਇਲਜ਼ਾਮ ਨਹੀਂ ਲਾਉਂਦਾ, ਉਹਨਾਂ ਦੇ ਖਿਲਾਫ ਤਾਂ ਕੋਈ ਅਖਬਾਰ ਨਹੀਂ ਲਿਖਦੀ, ਕੋਈ ਟੈਲੀਵਿਜ਼ਨ ਨਹੀਂ ਬੋਲਦਾ। ਦੇਅਰਫੋਰ ਮੈਂ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਸ਼ਾਰਟਲੀ ਮੀਟਿੰਗ ਕਰਾਂਗੇ। ਜੇ NIA ਤੇ ਯੂਆਪਾ ਦੇ ਨੋਟਿਸਿਸ ਜਾਣੋ ਬੰਦ ਨਾ ਕੀਤੇ ਸਰਕਾਰ ਨੇ, ਤੇ ਅਸੀਂ ਇੱਕ ਮੀਟਿੰਗ ਕਰਕੇ ਸਾਂਝੀ ਕਾਲ ਦੇ ਕੇ ਇਹਨਾਂ ਦੇ ਦਫ਼ਤਰ ਦੇ ਮੂਹਰੇ ਚੰਡੀਗੜ੍ਹ ਵਾਲੇ ਦੇ ਪ੍ਰੋਟੈਸਟ ਕਰਾਂਗੇ, ਪਬਲਿਕ ਪ੍ਰੋਟੈਸਟ ਕਰਾਂਗੇ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਲੋਕੀ ਕੀ ਕਹਿੰਦੇ ਨੇ। ਉੱਧਰ ਬੈਠੇ ਨੇ ਲੋਕੀ, ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਅੱਤ ਦੀ ਸਰਦੀ ਦੇ ਵਿੱਚ, ਤੇ ਲਗਭਗ 80 ਕਿਸਾਨ ਆਪਣੀ ਜਾਨ ਗਵਾ ਚੁੱਕੇ ਨੇ, ਤੇ BJP ਨੂੰ ਹਲੇ NIA ਤੇ ਯੂਆਪਾ ਤੇ ਦਹਿਸ਼ਤ ਤੇ ਬਾਹਾਂ ਮਰੋੜਨ ਦੀ ਰਾਜਨੀਤੀ ਤੇ ਉਤਰੇ ਹੋਏ ਨੇ। ਦਿਸ ਇਜ਼ ਸ਼ੇਅਰ ਪੋਲੀਟੀਕਲ ਟੈਰਰਿਜ਼ਮ। ਦੇ ਆਰ ਟਰਾਈਂਗ ਟੂ weaken the entire farmers protest, which will never happen. Probably BJP has not read the proper history of Punjab and the Sikhs, and
they are resorting to such gimmicks which will never pay dividends. ਕਿਸੇ ਇੱਕ ਬੰਦੇ ਨੇ ਜੋ ਆਪਾਂ ਤੋਂ ਨਹੀਂ ਉਹ ਡਰਨਾ, ਜਿੰਨੇ ਮਰਜ਼ੀ ਕੇਸ ਠੋਕ ਲੈਣ ਇਹ, ਅਸੀਂ ਸਾਰੇ ਉਹਨਾਂ ਦੇ ਨਾਲ ਇਮਦਾਦ ਵੀ ਕਰਾਂਗੇ, ਲੜਾਂਗੇ ਵੀ, ਡਟ ਕੇ ਉਹਨਾਂ ਦਾ ਸਾਥ ਵੀ ਦੇਵਾਂਗੇ। ਇਹ ਅੱਜ ਦਾ ਸਾਡਾ ਜਿਹੜਾ ਮਕਸਦ ਸੀਗਾ। ਔਰ ਮੈਂ ਕਹਿਣਾ ਚਾਹੁੰਦਾ ਕਿ ਯੂਆਪਾ ਨੇਸ਼ਨ ਵਾਈਡ ਇਟ ਹੈਜ਼ ਬੀਨ ਯੂਜ਼ਡ, ਮਿਸਯੂਜ਼ਡ ਅਗੇਂਸਟ ਦੀ ਪੋਲੀਟੀਕਲ ਓਪੋਨੈਂਟਸ ਆਫ ਦ ਬੀਜੇਪੀ। ਤੁਸੀਂ ਦੇਖੋ ਜਿਹੜੇ ਵਿਚਾਰੇ ਲੈਫਟਿਸਟ ਪਾਰਟੀਜ਼ ਦੇ ਸ਼ਾਹੀਨ ਬਾਗ ਵਿੱਚ ਜਾਂ ਲੋਕੀ ਮੋਰਚਿਆਂ 'ਚ ਜਾ ਕੇ ਲੜਾਈ ਲੜਦੇ ਨੇ, ਆ ਸਫੂਰਾ ਜਰਗਰ ਵਰਗੀ, ਜਾਂ ਆਨੰਦ ਤਿਲ ਤੁੰਬੜੇ ਅੰਬੇਦਕਰ ਸਾਹਿਬ ਦਾ ਪੋਤਾ ਦਲਿਤਾਂ ਤੇ ਆਦੀਵਾਸੀਆਂ ਦੀ ਲੜਾਈ ਸੇਵਾ ਕਰਦਾ, ਉਹਦੇ ਤੇ ਵੀ ਯੂਆਪਾ। ਵਰਵਰਾ ਰਾਓ ਇੱਕ 80 ਸਾਲ ਦਾ ਇੰਟੈਲੈਕਚੁਅਲ, ਉਹਦੇ ਤੇ ਵੀ ਯੂਆਪਾ। ਉੱਥੇ ਯੂਆਪਾ ਦੁਰਉਪਯੋਗ ਹੋ ਰਹੀ ਆ ਅਗੇਂਸਟ ਓਪੋਨੈਂਟਸ ਆਫ ਦ ਬੀਜੇਪੀ। ਤੇ ਪੰਜਾਬ ਵਿੱਚ ਹੁਣ ਸ਼ੁਰੂ ਕੀਤੀ ਹੈ ਇੱਕ ਨਵੀਂ ਫਰੈਸ਼ ਵੇਵ ਟੂ ਵੀਕਨ ਦੀ ਫਾਰਮਰਸ ਐਜੀਟੇਸ਼ਨ, ਐਂਡ ਦਿਸ ਇਜ਼ ਜਸਟ ਏ ਪਲੋਏ। ਇਹ ਸਿਰਫ ਇਹਨਾਂ ਕੋਲ ਹਥਿਆਰ ਆ ਇਹਨਾਂ ਦੀ ਏਜੰਸੀ ਦਾ ਦੁਰਉਪਯੋਗ ਕਰਨ ਦਾ। ਇਹਨੂੰ ਤੁਰੰਤ ਬੰਦ ਹੋਣਾ ਚਾਹੀਦਾ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਹਦੇ ਖਿਲਾਫ ਪੱਕੀ ਲੜਾਈ ਲੜਾਂਗੇ। ਇਹ ਅੱਜ ਦਾ ਸਾਡਾ ਮਕਸਦ ਸੀਗਾ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਦੇਖੋ ਓਨੈਸਟਲੀ ਸਪੀਕਿੰਗ, ਜੋ ਮੈਂ ਵੀ ਪੜ੍ਹ ਰਿਹਾ, ਕੁਝ ਸੋਸ਼ਲ ਮੀਡੀਆ ਤੋਂ ਸੁਣ ਰਿਹਾ, 40 ਕਰੀਬ ਨੋਟਿਸਿਸ ਦਾ ਕਿਹਾ ਜਾ ਰਿਹਾ ਵਾ। 2 ਦਰਜਨ ਦੇ ਕਰੀਬ ਤਾਂ ਲੋਕ ਸਾਹਮਣੇ ਆ ਗਏ ਨੇ, ਜਿੱਦਾਂ ਭਾਈ ਜਸਵੀਰ ਸਿੰਘ ਰੋਡੇ ਨੂੰ ਵੀ ਗਿਆ ਵਾ, ਜਾਂ ਕੁਝ ਲੁਧਿਆਣੇ ਦੇ ਕੁਝ ਸ਼ਾਇਦ ਵਪਾਰੀ ਲੋਕ ਨੇ, ਬਿਜ਼ਨਸਮੈਨ ਨੇ। ਇਸ ਤਰ੍ਹਾਂ ਦੇ ਕੋਈ 40 ਦੇ ਕਰੀਬ ਨੋਟਿਸਿਸ ਦਾ ਅਸੀਂ ਇਸ ਵਕਤ ਤੱਕ ਸੁਣ ਰਹੇ ਹਾਂ। ਮੋਸਟਲੀ ਦੇਖੋ ਨਾ, ਜਿਹੜੇ ਲੋਕ ਹੁਣ ਦੀਪ ਸਿੱਧੂ ਤਾਂ ਅੰਦੋਲਨ 'ਚ ਹੀ ਬੈਠਾ ਹੋਇਆ, ਉਹਦੇ ਭਰਾ ਨੂੰ ਵੀ ਭੇਜਤਾ, ਉਹਨੂੰ ਵੀ ਭੇਜਤਾ, ਬਲਦੇਵ ਸਿੰਘ ਸਰਸਾ ਉੱਥੇ ਬੈਠਾ ਹੋਇਆ, ਇਸ ਕਰਕੇ ਅੰਦੋਲਨ ਨਾਲ ਕਨੈਕਟਡ ਨਜ਼ਰ ਆ ਰਿਹਾ। ਔਰ ਜਿਹੜਾ ਇਹ NRI ਫੰਡਿੰਗ ਦਾ ਬਣਾ ਰਹੇ ਨੇ ਨਾ, ਇੱਕ ਪਲੇਟਫਾਰਮ ਤਿਆਰ ਕਰ ਰਹੇ ਨੇ, ਇਹ ਕਿਉਂਕਿ ਉਹਨਾਂ ਦਾ ਇਹ ਕਹਿਣਾ ਵਾ ਕਿ ਜਿਹੜੇ ਲੋਕਾਂ ਨੇ ਦੁਨੀਆ ਭਰ 'ਚੋਂ ਇਸ ਅੰਦੋਲਨ ਨੂੰ ਸਸਟੇਨ ਕੀਤਾ, ਇਹਨਾਂ ਨੂੰ ਵੀ ਡਰਾਓ ਤਾਂ ਕਿ ਬਾਹਰੋਂ ਪੈਸਾ ਵੀ ਨਾ ਆਵੇ ਤੇ ਪੰਜਾਬ 'ਚੋਂ ਲੋਕੀ ਹਿਊਮਨ ਰਿਸੋਰਸ ਦੀ ਸ਼ਮੂਲੀਅਤ ਜਿਹੜੀ ਉਹ ਨਾ ਜਾਣ ਉੱਥੇ। ਚਲੋ ਉਹ ਤਾਂ ਜਿਹੜਾ ਮਰਜ਼ੀ ਭੇਜੀ ਜਾਣ, ਜੇ ਅਸੀਂ ਲੜਨਾ ਜਾਣਦੇ ਹਾਂ। ਮੇਰੇ ਤੇ ਤਾਂ ਕਈ ਮੁਕੱਦਮੇ ਸਰਕਾਰਾਂ ਨੇ ਬਣਾਏ ਨੇ, ਕੋਈ ਪਰਵਾਹ ਨਹੀਂ ਹੈਗੀ। ਮੈਂ ਤਾਂ ਦੂਜਿਆਂ ਦੀ ਡਿਫੈਂਸ ਕਰਨ ਵਾਸਤੇ ਮੂਹਰੇ ਆਇਆ। ਮੈਂ ਪਹਿਲਾਂ ਵੀ ਆਇਆ ਵਾਂ। ਜੋ ਆਪਾਂ ਦੇ ਕੇਸਿਸ ਕੋਈ ਨਹੀਂ ਬੋਲਿਆ ਪੰਜਾਬ 'ਚੋਂ, ਇੱਕ ਪੋਲੀਟੀਕਲ ਪਾਰਟੀ ਨਹੀਂ ਬੋਲੀ, ਇਸ ਕਰਕੇ ਗਾਂ ਵੀ ਉਹਨਾਂ ਵਾਸਤੇ ਲੜਾਂਗੇ। ਸਾਡੇ ਜਿਹੜੇ ਲੋਕ ਜਿਨ੍ਹਾਂ ਨਾਲ ਸਾਡੇ ਖਿਆਲ ਰਲਦੇ ਨੇ ਨਾ, ਜਿੱਦਾਂ ਡਾਕਟਰ ਗਾਂਧੀ ਨੇ ਬਹੁਤ ਲੜਾਈ ਦਿੱਤੀ ਸਾਡੇ ਨਾਲ, ਸੁੱਚਾ ਸਿੰਘ ਛੋਟੇਪੁਰ ਹੋਣਾ ਨਾਲ, ਮੇਰੇ ਨਾਲ ਸਤਿਕਾਰਯੋਗ MLAs ਨੇ 4, ਅਸੀਂ ਕੰਵਰ ਸੰਧੂ ਸਾਹਿਬ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ, ਇਹਨਾਂ ਨਾਲ ਬੈਠਾਂਗੇ। ਟਕਸਾਲੀ ਅਕਾਲੀ ਦਲ ਨਾਲ ਗੱਲ ਕਰਾਂਗੇ, ਪਰਮਿੰਦਰ ਢੀਂਡਸੇ ਹੋਣਾ ਨਾਲ ਗੱਲ ਕਰਾਂਗੇ, ਸਭ ਨੂੰ ਇਕੱਠੇ ਕਰਾਂਗੇ, ਬੈਂਸ ਬ੍ਰਦਰਜ਼ ਨੂੰ ਕਰਾਂਗੇ ਕਿ ਆਓ ਆਪਾਂ ਇਕੱਠੇ ਮਿਲ ਕੇ ਇਹ ਲੜਾਈ ਤਾਂ ਲੜੀਏ ਘੱਟੋ ਘੱਟ। ਇਹ ਸਾਰੀ ਨਹੀਂ, ਇਹ ਦੇਖੋ ਅੱਜ ਦੀ ਡੇਟ ਵਿੱਚ ਜਿੱਥੇ ਕਿਸਾਨਾਂ ਦਾ ਅੰਦੋਲਨ ਹੋ ਰਿਹਾ ਨਾ, ਦੂਜਾ ਤਾਂ ਕੋਈ ਵਿਕਲਪ ਤੇ ਰਾਜਨੀਤੀ ਇਹ ਹਲੇ ਕੋਈ ਮੌਕਾ ਨਹੀਂਗਾ। ਇਹ ਤਾਂ NIA ਦੇ ਨੋਟਿਸਿਸ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ 'ਚ ਮੇਬੀ ਨੈਕਸਟ 2 ਡੇਜ਼ ਇੱਕ ਇੰਪੋਰਟੈਂਟ ਮੀਟਿੰਗ ਕਰਕੇ ਇਸ ਏਜੰਡੇ ਨੂੰ ਅੱਗੇ ਲੈ ਕੇ ਜਾਵਾਂਗੇ। ਸਾਰਿਆਂ ਨਾਲ ਹੋਈ ਹੈ ਇਸ ਮੁਤਲਕ। ਕੱਲ੍ਹ ਅਸੀਂ ਦਿੱਲੀ ਇੱਕ ਮੀਟਿੰਗ ਸੀਗੀ, ਉੱਥੇ ਜਨ ਸੰਸਦ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਸੀ, ਕਾਫੀ ਪੋਲੀਟੀਕਲ ਪਾਰਟੀਆਂ ਦੇ ਲੋਕ ਆਏ, ਉੱਥੇ ਵੀ ਅਸੀਂ ਮਤਾ ਰੱਖਿਆ, ਮੈਂ ਵੀ ਰੱਖਿਆ ਔਰ ਸਰਦਾਰ ਸੇਵਾ ਸਿੰਘ ਸੇਖਵਾ ਨੇ ਵੀ, ਔਰ ਉੱਥੇ ਸਭ ਨੇ ਕੰਡੈਮ ਕੀਤਾ। ਉਹਦੇ 'ਚ ਕਾਂਗਰਸ ਵੀ ਸੀ, ਉਹਦੇ 'ਚ CPI CPM ਸੀ, ਉਹਦੇ ਸ਼ਰਦ ਪਵਾਰ ਦੇ ਲੀਡਰ ਸੀ, ਉਹਦੇ ਸਾਰੀਆਂ ਪਾਰਟੀਆਂ ਨੇ ਇੱਕ ਮਤਾ ਪਾਸ ਕੀਤਾ ਕਿ BJP ਦੀ ਸਰਕਾਰ ਬਦਲਾਖੋਰੀ ਦੀ ਕਾਰਵਾਈ ਕਰ ਰਹੀ ਹੈ। ਕੋਈ ਗੱਲ ਨਹੀਂ ਗੀ, ਗੁਰਨਾਮ ਸਿੰਘ ਝੜੂਨੀ ਇੱਕ ਜੁਝਾਰੂ ਬੰਦਾ ਵਾ। ਜੇ ਅੱਜ ਕਿਸਾਨ ਬੈਠੇ ਨਾ ਬਾਰਡਰ ਦੇ ਉੱਤੇ, ਉਹ ਗੁਰਨਾਮ ਸਿੰਘ ਝੜੂਨੀ ਦੀ ਬਦੌਲਤ ਹੈ। ਉਹਦਾ ਇੱਕ ਨਜ਼ਰੀਆ ਸਿਰਫ ਇਹ ਸੀਗਾ, ਉਹਦੇ ਨਾਲ ਕੁਝ ਹਿਊਮਨ ਰਾਈਟ ਐਕਟਿਵਿਸਟ ਮਿਲ ਕੇ ਉਹਨਾਂ ਨੇ ਕਿਹਾ ਕਿ ਇੱਕ ਅੰਦੋਲਨ ਨਾਨ ਪੋਲੀਟੀਕਲ ਕਿਸਾਨ ਜਥੇਬੰਦੀਆਂ ਚਲਾ ਰਹੀਆਂ ਨੇ, ਚੱਲੇਗਾ, ਪਰ ਜਿਹੜੀ ਪੋਲੀਟੀਕਲ ਜਮਾਤ ਆ ਇਹ ਚੁੱਪ ਕਿਉਂ ਬੈਠੀ ਆ? ਰਾਜਨੀਤਿਕ ਪਾਰਟੀਆਂ ਦਾ ਬੇਸਿਕ ਏਜੰਡਾ ਕੀ ਆ? ਕੋਈ ਵਪਾਰ ਕਰਨਾ, ਰਫੇਲ ਦੀ ਡੀਲ ਕਰਨਾ, ਇਹ ਚੰਦ ਪਾਰਟੀਆਂ ਕਰਦੀਆਂ ਨੇ। ਇਹ ਕੋਈ ਧੰਦਾ ਕਰਨਾ ਤਾਂ ਨਹੀਂਗਾ ਨਾ। ਉਹਨਾਂ ਦਾ ਬੇਸਿਕ ਏਜੰਡਾ ਹੈਗਾ ਲੋਕਾਂ ਦੇ ਹਕੂਕ ਦੀ ਗੱਲ ਕਰਨਾ, ਬੇਇਨਸਾਫੀ ਦੇ ਖਿਲਾਫ ਲੜਨਾ। ਇਸ ਕਰਕੇ ਉਹਨਾਂ ਦਾ ਇੱਕ ਉਪਰਾਲਾ ਸੀਗਾ। ਮੇਰਾ ਖਿਆਲ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਮੁੜ ਵਿਚਾਰ ਕਰਨਾ ਚਾਹੀਦਾ। ਹੀ ਹੈਜ਼ ਡਨ ਨਥਿੰਗ ਰੋਂਗ। ਔਰ ਉਹਨੇ ਕਦੀ ਨਹੀਂ ਕਿਹਾ ਕਿ ਅਸੀਂ ਇਹ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਸਟੇਜ ਤੇ ਬੁਲਾਵਾਂਗੇ, ਨੈਵਰ। ਉਸ ਨੂੰ ਉਹਨੇ ਪਿਓਰਲੀ ਨਾਨ ਪੋਲੀਟੀਕਲ ਕਿਹਾ ਵਾ, ਤੇ ਇਸ ਨੂੰ ਉਹਨੇ ਕਿਹਾ ਵਾ ਕਿ ਅਗਰ ਕਿਸਾਨਾਂ ਦੇ ਹੱਕ ਵਿੱਚ ਪੋਲੀਟੀਕਲ ਪਾਰਟੀਆਂ ਇਕੱਠੀਆਂ ਨਾਨ BJP ਹੋ ਕੇ ਇੱਕ ਜਨ ਸੰਸਦ 23 ਤੇ 24 ਤਰੀਕ ਨੂੰ ਬੁਲਾਉਣਗੀਆਂ
ਤਾਂ ਉਹਦੇ 'ਚ ਇੱਕ ਪ੍ਰੈਸ਼ਰ ਹੀ ਬਿਲਡ ਹੋਵੇਗਾ ਸਰਕਾਰ ਦੇ ਉੱਤੇ। ਇਸ ਕਰਕੇ ਮੈਂ ਸਮਝਦਾ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ। ਮੇਰੀ ਬਹੁਤ ਨਿਮਰਤਾ ਨਾਲ ਬੇਨਤੀ ਹੈ ਕਿਸਾਨ ਜਥੇਬੰਦੀਆਂ ਦੇ ਸੰਚਾਲਕਾਂ ਨੂੰ ਕਿ ਇੱਦਾਂ ਜ਼ਿਆਦਤੀ ਨਾ ਕਰੋ। ਇੱਕ ਤੁਹਾਡਾ ਬਹੁਤ ਜੁਝਾਰੂ ਹੋਣਹਾਰ ਬੰਦਾ ਵਾ ਔਰ ਬੇਦਾਗ ਬੰਦਾ ਵਾ, ਉਹਨੂੰ ਨਾਲ ਰੱਖੋ। ਜੇ ਤੁਹਾਨੂੰ ਲੱਗਦਾ ਵਾ ਅਸੀਂ ਇਹ ਪ੍ਰੋਗਰਾਮ ਨੂੰ ਅਸੀਂ ਛੱਡ ਸਕਦੇ ਹਾਂ, ਪਰ ਗੁਰਨਾਮ ਸਿੰਘ ਨੂੰ ਇਹਦੀ ਸਜ਼ਾ ਨਹੀਂ ਮਿਲਣੀ ਚਾਹੀਦੀ। ਔਰ ਵੈਸੇ ਵੀ ਮੈਂ ਗੁਰਨਾਮ ਸਿੰਘ ਦੀ ਇੰਟਰਵਿਊ ਸੁਣ ਰਿਹਾ ਸੀ ਅੱਜ, ਉਹ ਕਹਿੰਦੇ ਨੇ ਕਿ ਠੀਕ ਹੈ ਅਸੀਂ ਨਾਨ ਪੋਲੀਟੀਕਲ ਲੜਾਈ ਸਾਰੀ ਰੱਖੀ, ਪਰ ਇਸ ਕਿਸਾਨ ਜਥੇਬੰਦੀਆਂ ਦੇ ਵਿੱਚ ਬਹੁਤ ਸਾਰੀਆਂ ਲੈਫਟਿਸਟ ਪਾਰਟੀਆਂ ਨੇ, ਉਹ ਤਾਂ ਆਪਣੇ ਝੰਡੇ ਲਾ ਕੇ ਤੇ ਚੋਣ ਨਿਸ਼ਾਨ ਲਾ ਕੇ ਇੱਕ ਮੈਂਬਰ ਜਿਹੜਾ ਸਰਕਾਰ ਨਾਲ ਮੀਟਿੰਗ ਕਰਨ ਜਾਂਦਾ ਉਹ 8 ਵਾਰੀ MP ਬਣ ਚੁੱਕੇ ਨੇ, ਪਰ ਫਿਰ ਵੀ ਅਸੀਂ ਇਹਦੇ ਤੇ ਟਿੱਪਣੀ ਨਹੀਂ ਕਰਦੇ। ਅਗਰ ਉਹਨਾਂ ਦਾ ਇਹ ਹੈਗਾ ਕਿ ਪੋਲੀਟੀਕਲ ਪਾਰਟੀਆਂ ਸਟੇਜ ਤੇ ਨਹੀਂ ਬੁਲਾਉਣੀਆਂ, ਉਸ ਦਾ ਅਸੀਂ ਸਤਿਕਾਰ ਕਰਦੇ ਹਾਂ। ਜੇ ਅੰਦੋਲਨ ਵਿੱਚ ਪੋਲੀਟੀਕਲ ਪਾਰਟੀਆਂ ਦੀ ਮੁਦਾਖਲਤ ਨਹੀਂ ਚਾਹੁੰਦੇ, ਅਸੀਂ ਸਤਿਕਾਰ ਕਰਦੇ। ਪਰ ਜਿਹੜੀ ਇੱਕ ਇਨੀਸ਼ੀਏਟਿਵ ਹੋਇਆ ਕਿ ਪੋਲੀਟੀਕਲ ਜਮਾਤ ਸਾਰੀ ਇਕੱਠੀ ਹੋ ਕੇ ਉੱਥੇ ਕਰੇ, ਮੈਂ ਤਾਂ ਸਗੋਂ ਦੁੱਖ ਹੈ ਮੈਨੂੰ ਕਿ ਸਭ ਤੋਂ ਵੱਡਾ ਰੋਲ ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ ਨੂੰ ਅਦਾ ਕਰਨਾ ਚਾਹੀਦਾ ਸੀ। ਜਿੱਦਾਂ ਐਮਰਜੈਂਸੀ ਦੇ ਖਿਲਾਫ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਲੜਾਈ ਲੜੀ, ਅਲਟੀਮੇਟਲੀ ਐਮਰਜੈਂਸੀ ਉਸ ਵਕਤ ਇੰਦਰਾ ਗਾਂਧੀ ਨੂੰ ਜਿਹੜੀ ਸੀ ਖਤਮ ਕਰਨੀ ਪਈ ਔਰ ਚੋਣਾਂ ਹੋਈਆਂ ਫਰੈਸ਼। ਇਹ ਐਡਾ ਵੱਡਾ ਮੁੱਦਾ ਦੇਸ਼ ਦਾ, ਇਹਦੇ ਨਾਲ 65-70% ਪਿੰਡਾਂ ਦੇ ਲੋਕ ਜੁੜੇ ਹੋਏ ਨੇ। ਇਸ ਮੁੱਦੇ ਦੇ ਉੱਤੇ ਕਾਂਗਰਸ ਸ਼ੁੱਡ ਹੈਵ ਗਿਵਨ ਅ ਕਾਲ ਫॉर ਆਲ ਪਾਰਟੀ ਮੀਟਿੰਗ ਬਾਈ ਨਾਓ। ਇਟਸ ਵੈਰੀ ਲੇਟ ਐਂਡ ਦੇ ਸ਼ੁੱਡ ਹੈਵ ਲਾਂਚ ਐਨ ਐਜੀਟੇਸ਼ਨ। ਉਹ ਡਰੀ ਜਾਂਦੇ ਨੇ, ਮੋਦੀ ਕਹੀ ਜਾਂਦਾ ਜੀ ਬੀਜੇਪੀ ਇਹ ਪਿੱਛੋਂ ਪੋਲੀਟੀਕਲ ਪਾਰਟੀਆਂ ਕਰਾ ਰਹੀਆਂ ਨੇ, ਤੇ ਪੋਲੀਟੀਕਲ ਪਾਰਟੀਆਂ ਦਾ ਜੇ ਲੋਕਾਂ ਨੇ ਲੜਾਈ ਨਹੀਂ ਲੜਨਾ ਹੋਰ ਕਰਨਾ ਕੀ ਉਹਨਾਂ ਨੇ। ਤੇ ਜੇ ਬੀਜੇਪੀ ਕਹਿੰਦੀ ਆ ਕਿ ਪਿੱਛੋਂ ਕਾਂਗਰਸ ਕਰਾ ਰਹੀ ਆ, ਜੇ ਕਾਂਗਰਸ ਐਡੀ ਸ਼ਕਤੀਸ਼ਾਲੀ ਸੀ ਤੇ ਫਿਰ ਮੋਦੀ ਨੇ ਇਲੈਕਸ਼ਨ ਕਿੱਦਾਂ ਜਿੱਤ ਲਈ ਆ ਜੀ। ਇਸ ਕਰਕੇ ਕਿਸੇ ਪਾਸੇ ਤੁੱਕ ਨਹੀਂ ਬਣਦੀ। ਕਾਂਗਰਸ should have called an all party meeting of all India and should have launched a proper agitation to support the farmers agitation. That's what my views are. एक मिनट, हाँ देखो टाइमिंग देखो ना तुसी NIA ਦੇ ਨੋਟਿਸਸ ਦੀ। ਆ ਪਿਛਲੇ 6 ਮਹੀਨਿਆਂ ਵਿੱਚ देयर इज नथिंग एट ऑल हैपनिंग। ਸਡਨਲੀ ਜਦੋਂ ਮੋਰਚਾ ਜ਼ੋਰ ਫੜ ਗਿਆ ਵਾ ਉਦੋਂ ਹੀ NIA ਦੇ ਨੋਟਿਸ ਜਾਣਾ, ਤੇ ਜਾਣਾ ਵੀ ਉਹਨਾਂ ਲੋਕਾਂ ਨੂੰ, ਖਾਲਸਾ ਏਡ ਨੂੰ, ਦੀਪ ਸਿੱਧੂ ਨੂੰ, ਬਲਦੇਵ ਸਿਰਸੇ ਨੂੰ, ਜਿਹੜੇ ਲੋਕ ਉੱਥੇ ਬੈਠੇ ਨੇ। ਇਟ ਇਜ਼ ਇੱਕ ਸਧਾਰਨ ਜਿਹਾ ਵਿਅਕਤੀ ਵੀ ਸਮਝ ਸਕਦਾ ਕਿ ਇਹ ਰੂਟੀਨ ਨੋਟਿਸਸ ਨਹੀਂ ਗਏ, ਇਹ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਡਿਮੋਰਲਾਈਜ਼ ਕਰਨ ਦੇ ਉਪਰਾਲੇ ਨੇ। ਹਾਂਜੀ ਮੈਂ ਇਸ ਗੱਲ ਵਿੱਚ ਨਹੀਂ ਪੈਣਾ ਚਾਹੁੰਦਾ। ਜਿਹੜਾ ਕਿਸਾਨਾਂ ਦਾ ਅੰਦੋਲਨ ਆ, ਇਹ ਦੂਜੀਆਂ ਪੋਲੀਟੀਕਲ ਪਾਰਟੀਆਂ ਬਹੁਤ ਲੇਟ ਉੱਠੀਆਂ, ਹਲੇ ਵੀ ਨਹੀਂ ਉੱਠੀਆਂ। ਜੇ ਹਲੇ ਵੀ ਉੱਠੀਆਂ ਹੁੰਦੀਆਂ ਤਾਂ ਹੁਣ ਤੱਕ ਗਰਾਊਂਡ ਜ਼ੀਰੋ ਦੇ ਉੱਤੇ ਐਜੀਟੇਸ਼ਨ ਕੁਡ ਹੈਵ ਬੀਨ ਪਲੈਨਡ। ਇਸ ਕਰਕੇ ਉਹ ਜੋ ਮਰਜ਼ੀ ਕਹੀ ਜਾਣ, ਮੈਂ ਉਹਦੇ ਨਾਲ ਕਿਸੇ ਆਰਗੂਮੈਂਟ 'ਚ ਨਹੀਂ ਪੈਣਾ ਚਾਹੁੰਦਾ। ਪਰ ਇਹ ਅੰਦੋਲਨ ਟੋਟਲੀ ਆਰਗੈਨਿਕ ਹੈ। ਇਹ ਅੰਦੋਲਨ ਟੋਟਲੀ ਕਿਸਾਨਾਂ ਵੱਲੋਂ, ਜਵਾਨਾਂ ਵੱਲੋਂ, ਔਰਤਾਂ ਵੱਲੋਂ, ਬਜ਼ੁਰਗਾਂ ਵੱਲੋਂ, ਸਾਡੇ ਸਾਰੇ ਧਰਮਾਂ ਵੱਲੋਂ। ਮੈਂ ਦਿੱਲੀੋਂ ਕੱਲ੍ਹ ਰਾਤ ਹੀ ਆਇਆ ਵਾਂ। ਮੈਂ ਪਲਵਲ ਬਾਰਡਰ ਤੇ ਗਿਆ। ਜਿਹੜੇ ਕਹਿੰਦੇ ਨੇ ਨਾ ਕਿ ਸਿੱਖਾਂ ਦਾ ਮੋਰਚਾ, ਪਲਵਲ ਬਾਰਡਰ ਤੇ ਆਗਰਾ ਰੋਡ ਦੇ ਉੱਤੇ ਜਾ ਕੇ ਦੇਖ ਸਕਦੇ ਹੋ, ਸਾਰਾ ਨੌਨ ਸਿੱਖ ਮੋਰਚਾ ਸੀ। ਉਹਦੇ 'ਚ ਜਾਟ ਸੀਗੇ, ਉਹਦੇ 'ਚ ਗੁੱਜਰ ਸੀ, ਉਹਦੇ 'ਚ ਮੁਸਲਮਾਨ ਭਾਈਚਾਰਾ ਸੀ। ਇਸੇ ਤਰ੍ਹਾਂ ਮੈਂ ਗਾਜ਼ੀਪੁਰ ਬਾਰਡਰ ਤੇ ਜਾ ਕੇ ਆਇਆ, ਉੱਥੇ ਯੂਪੀ ਤੋਂ ਕਿਸਾਨ ਆਏ ਹੋਏ ਨੇ, ਉੱਥੇ ਉੱਤਰਾਖੰਡ ਤੋਂ ਕਿਸਾਨ ਆਏ ਹੋਏ ਨੇ। ਦੇਅਰਫੋਰ ਇਹ ਆਰਗੈਨਿਕ ਮੋਰਚਾ ਵਾ। ਇਹ ਮੋਰਚਾ ਬੇਸਿਕਲੀ ਫॉर ਕੌਜ਼ ਆ। ਜੇ ਕੋਈ ਲੀਡਰ ਸਮਝੇ ਮੇਰੀ ਕਾਲ ਤੇ ਆਏ ਨੇ ਜਾਂ ਕੋਈ ਜਥੇਬੰਦੀ ਕਹੇ ਮੇਰੀ ਕਾਲ ਤੇ, ਇਟਸ ਫॉर द ਕੌਜ਼। ਉਸ ਕੌਜ਼ ਵਾਸਤੇ ਇੱਕ ਵਾਰ ਸਾਰੇ ਇਕੱਠੇ ਹੋ ਕੇ ਜਿਹੜੇ ਨੇ ਉਹ ਤੁਰ ਪਏ ਹੋਏ ਨੇ। ਠੀਕ ਹੈ ਜੀ, ਧੰਨਵਾਦ ਤੁਹਾਡਾ ਸਰ।